ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ, ਸਤਿਗੁਰੂ ਸਾਨੂੰ ਸਮਝਾਉਂਦੇ ਨੇ ਬਈ ਜੋ ਸਾਨੂੰ ਮਾਰਗ ਦੱਸਿਆ ਜਾ ਰਿਹਾ ਪਿਆਰ ਦਾ, ਹਉਣੇ ਪਿਆਰ ਦਾ ਮਾਰਗ ਸਾਨੂੰ ਸੰਤ ਸਾਧੂ ਜਨ ਦੱਸਦੇ। ਹੁਣ ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ, ਸਤ ਸੰਗਤ ਕਰਦੇ, ਫਿਰ ਆਵਾਂ ਨੂੰ ਸਮਝਾਉਂਦੇ ਵੀ ਜਿਵੇਂ ਇੱਕ ਰੁੱਖ ਚੰਦਨ ਦਾ, ਚੰਦਨ ਦੇ ਵਿੱਚ ਸੁਗੰਧੀ ਹੁੰਦੀ, ਅਤੇ ਜਿਹੜਾ ਚੰਦਨ ਦਾ ਸੰਗ ਕਰਦਾ ਉਹਦੇ ਵਿੱਚ ਵੀ ਸੁਗੰਧੀ ਪੈਦਾ ਹੋ ਜਾਂਦੀ, ਉਹਦੇ ਵਿੱਚ ਵੀ ਉਹ ਆਪਦੀ ਖੁਸ਼ਬੂ ਜਿਹੜੀ ਉਹ ਭਰ ਦਿੰਦਾ। ਹੁਣ ਇੱਕ ਹੈ ਵੀ ਬਾਂਸ, ਜਿਹੜਾ ਚੰਦਨ ਦੇ ਨੈਕਟਰ ਵਸਦਾ ਨੇੜੇ ਰਹਿੰਦਾ, ਪਰ ਉਹਦੇ ਵਿੱਚ ਜਿਹੜੀ ਸੁਗੰਧੀ ਉਹ ਪੈਦਾ ਨਹੀਂ ਹੁੰਦੀ। ਕਿਉਂ ਨਹੀਂ ਪੈਦਾ ਹੁੰਦੀ? ਕਿਉਂਕਿ ਉਹਦੇ ਅੰਦਰ ਹਉਮੈ, ਉਹਨੂੰ ਹੰਕਾਰ ਹੈ ਆਪਦੀ ਲੰਬਾਈ ਦਾ।
ਹਉਮੈ ਹੰਕਾਰ ਹੋਣ ਕਰਕੇ ਉਹਦੇ ਅੰਦਰ ਜਿਹੜੀ ਉਹ ਖੁਸ਼ਬੂ ਉਹ ਪੈਦਾ ਨਹੀਂ ਹੁੰਦੀ, ਚਾਹੇ ਉਹ ਉਹਦੇ ਨੇੜੇ ਰਹਿੰਦਾ, ਨੇੜੇ ਵਸਦਾ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ, ਕਹਿੰਦੇ ਕਬੀਰ ਬਾਂਸ ਵਡਾਈ ਬੂਢੇ ਇਉਂ ਮਤ ਡੂਬੋ ਕੋਈ, ਚੰਦਨ ਕੇ ਨਿਕਟ ਵਸੇ ਬਾਂਸ ਸੁਗੰਧ ਨਾ ਹੋਈ। ਬਈ ਚੰਦਨ ਦੇ ਨੇੜੇ ਵਸਦਾ ਪਰ ਉਹਦੇ 'ਚ ਸੁਗੰਧੀ ਨਹੀਂ ਪੈਦਾ ਹੁੰਦੀ, ਇਹ ਹੋ ਗਈ ਉਹਦੇ ਅੰਦਰ ਹੰਕਾਰ, ਹਉਮੈ। ਹੁਣ ਇਸੇ ਤਰ੍ਹਾਂ ਹੀ ਫਿਰ ਕਹਿੰਦੇ ਵੀ ਜੇ ਤਾਂ ਅਸੀਂ ਗਾਹਕ ਹੋਈਏ ਖੁਸ਼ਬੂ ਦੇ, ਫਿਰ ਤਾਂ ਅਸੀਂ ਪਹਿਚਾਣ ਲੈਂਦੇ, ਨਹੀਂ ਤਾਂ ਚਾਹੇ ਸਾਡੇ ਕੋਲ ਹੀ ਵੱਸਦੇ ਹੁਣ ਸੰਤ ਸਾਧੂ ਜਨ, ਸਾਨੂੰ ਤਾਂ ਵੀ ਭੇਤ ਨਹੀਂ ਆਉਂਦਾ। ਗੁਰੂ ਨਾਨਕ ਪਾਤਸ਼ਾਹ ਵੀ ਆਪਾਂ ਨੂੰ ਸਮਝਾਉਂਦੇ, ਕਹਿੰਦੇ ਪਾਨਾ ਬਾੜੀ ਹੋਏ ਘਰ, ਖਰ ਸਾਰ ਨਾ ਜਾਣੇ, ਰਸੀਆ ਹੋਵੇ ਮੁਸ਼ਕ ਘਰ, ਤਬ ਫੂਲ ਪਛਾਣੇ। ਵੀ ਜੇ ਤਾਂ ਰਸੀਆ ਹੋਵੇ ਫਿਰ ਤਾਂ ਪਹਿਚਾਣ ਕਰ ਲੈਂਦੇ, ਨਹੀਂ ਤਾਂ ਸਾਨੂੰ ਪਹਿਚਾਣ ਨਹੀਂ ਆਉਂਦੀ, ਭੇਤ ਨਹੀਂ ਆਉਂਦਾ ਸੰਤਾਂ ਦਾ, ਸਾਧੂਆਂ 'ਚ। ਕਿਉਂ ਨਹੀਂ ਭੇਤ ਆਉਂਦਾ? ਕਿਉਂਕਿ ਜਦੋਂ ਸਾਡੇ ਅੰਦਰ ਹਉਮੈ ਹੁੰਦੀ, ਹੰਕਾਰ ਹੁੰਦਾ, ਉਹ ਹਉਮੈ ਹੰਕਾਰ ਸਾਡੇ ਅੰਦਰ ਹੋਣ ਕਰਕੇ ਅਸੀਂ ਚਾਹੇ ਉਹਨਾਂ ਦੇ ਨੇੜੇ ਵੀ ਵੱਸਦੇ ਹੋਈਏ ਤਾਂ ਵੀ ਸਾਡੇ ਅੰਦਰ ਜਿਹੜੀ ਨਾਮ ਦੀ ਖੁਸ਼ਬੂ ਉਹ ਪੈਦਾ ਨਹੀਂ ਹੁੰਦੀ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਾਰਗ ਹੈ ਨਿਮਾਣਿਆਂ ਦਾ, ਨੀਵਿਆਂ ਦਾ। ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋ ਜਾਵਾਂਗੇ ਓਨਾ ਅਸੀਂ ਸੁਖੀ ਹੋ ਜਾਵਾਂਗੇ, ਓਨਾ ਹੀ ਸਾਡੇ ਅੰਦਰ ਜੋ ਮਾਲਕ ਦੇ ਪਰਮਾਤਮਾ ਦੇ ਗੁਣ ਨੇ ਉਹ ਸਾਡੇ ਵਿੱਚ ਗੁਣ ਆ ਜਾਣਗੇ, ਪਰਮੇਸ਼ਰ ਵਾਲੇ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਬਈ ਨੀਵੇਂ ਹੋਵੋ, ਅਤੇ ਨੀਵਾਂ ਸਾਡੇ ਮਰਨੇ ਹੋਣ, ਅਤੇ ਨੀਵਾਂ ਹੋਣਾ ਇਹਨੇ ਗੁਰੂ ਦੀ ਮੱਤ ਲੈ ਕੇ। ਆਪਦੀ ਮੱਤ ਦੁਆਰਾ ਤਾਂ ਸਾਡੇ ਅੰਦਰ ਹੋਰ ਹਉਮੈ, ਹੋਰ ਹੰਕਾਰ ਪੈਦਾ ਹੁੰਦਾ। ਹੁਣ ਗੁਰੂ ਦੀ ਮੱਤ ਲੈਣ ਵਾਸਤੇ ਸਾਨੂੰ ਸਤ ਸੰਗਤ ਕਰਨੀ ਪੈਂਦੀ, ਸਾਨੂੰ ਸਿਮਰਨ ਕਰਨਾ ਪੈਂਦਾ। ਜਦ ਜੀਵ ਹੁਣ ਸੰਗਤ ਨਹੀਂ ਕਰਦਾ, ਨਹੀਂ ਸਿਮਰਨ ਕਰਦਾ, ਉਹਦੇ ਮਨ ਦੇ ਵਿੱਚ ਇੰਨੀ ਮੈਲ ਹੈ ਵੀ ਉਹ ਮੈਲ ਦੇ ਨਾਲ ਹਰ ਸਮੇਂ ਭਰਿਆ ਹੀ ਰਹਿੰਦਾ, ਅਤੇ ਬਿਨਾਂ ਭਾਗਾਂ ਤੋਂ ਸਾਨੂੰ ਇਹ ਸਤ ਸੰਗਤ ਨਹੀਂ ਮਿਲਦੀ। ਮਹਾਰਾਜ ਇਸ ਲਈ ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਬਈ ਸਤ ਸੰਗਤ ਤੋਂ ਬਿਨਾਂ ਜਿਹੜਾ ਮਨ ਹੈ ਮੈਲ ਦੇ ਨਾਲ ਭਰਿਆ ਰਹਿੰਦਾ। ਹੁਣ ਜਦ ਤੱਕ ਜੀਵ ਸੰਗਤ ਨਹੀਂ ਕਰੇਗਾ ਉਹਦਾ ਮਨ ਨਹੀਂ ਸ਼ੁੱਧ ਹੋ ਸਕਦਾ, ਮਨ ਨਿਰਮਲ ਨਹੀਂ ਹੋ ਸਕਦਾ। ਅਤੇ ਜੇ ਮਨ ਨਿਰਮਲ ਨਹੀਂ ਅਤੇ ਇਹਨੇ ਨੀਵਾਂ ਨਹੀਂ ਹੋਣਾ। ਜਿੰਨਾ ਮਨ ਮੈਲਾ ਹੋਏਗਾ ਓਨਾ ਹੀ ਹੰਕਾਰੀ ਹੋਏਗੀ, ਓਨੀ ਹੀ ਅੰਦਰ ਹਉਮੈ ਹੋਏਗੀ। ਹੁਣ ਤਾਈਆਂ ਫਿਰ ਸਾਨੂੰ ਕਹਿੰਦੇ ਵੀ ਜੇ ਅਸੀਂ ਮਨ ਕਰਕੇ ਨੀਵੇਂ ਹੋ ਜਾਈਏ, ਮਸਕੀਨ ਹੋ ਜਾਈਏ, ਗਰੀਬ ਹੋ ਜਾਈਏ, ਫਿਰ ਅਸੀਂ ਸੁਖੀ ਵੱਸ ਸਕਦੇ। ਮਹਾਰਾਜ ਫਰਮਾਉਂਦੇ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗੜੇ। ਬਈ ਇਹ ਜਿਹੜਾ ਹੰਕਾਰ ਹੈ ਇਹ ਮਾਲਕ ਨੂੰ ਭਾਉਂਦਾ ਨਹੀਂ ਹੈ। ਹਰ ਜੀਓ ਅਹੰਕਾਰ ਨਾ ਭਾਵਈ, ਬੇਦ ਕੂਕ ਸੁਣਾਵੇ।
ਵੇਦਾਂ ਦੇ ਵਿੱਚ, ਗੁਰਬਾਣੀ ਗੁਰੂ ਵਿੱਚ ਸਾਨੂੰ ਇਹ ਗੱਲ ਵਾਰ-ਵਾਰ ਸਮਝਾਈ ਗਈ ਹੈ ਵੀ ਜੋ ਹੰਕਾਰ ਹੈ ਉਹ ਮਾਲਕ ਨੂੰ ਭਾਉਂਦਾ ਨਹੀਂ ਹੈ। ਜਿਹੜਾ ਹੰਕਾਰੀ ਜੀਵ, ਜਿਨ੍ਹਾਂ ਨੇ ਹਉਮੈ ਕੀਤੀ, ਹੰਕਾਰ ਕੀਤਾ, ਫਿਰ ਉਹਨਾਂ ਨੇ ਆਪਦੇ ਜੀਵਨ ਦਾ ਲਾਹਾ ਨਹੀਂ ਖੱਟਿਆ। ਫਿਰ ਉਹਦੇ ਵਾਸਤੇ ਸਾਨੂੰ ਮਿਸਾਲਾਂ ਦੇ ਦਿੱਤੀਆਂ ਉਹਨਾਂ ਦੀਆਂ, ਜਿਵੇਂ ਸਾਨੂੰ ਰਾਵਣ ਦੀ ਮਿਸਾਲ ਦਿੱਤੀ ਬਈ ਰਾਵਣ ਐਡਾ ਵੱਡਾ ਰਾਜਾ ਸੀ, ਸੋਨੇ ਦੀ ਲੰਕਾ ਸੀ, ਇੰਨੀ ਸੈਨਾ ਸੀ, ਹਾਥੀ ਘੋੜੇ ਸੀ, ਪਰ ਜਦੋਂ ਉਹਨੇ ਹਉਮੈ ਹੰਕਾਰ ਕੀਤਾ ਤੇ ਸਾਰਾ ਕੁਝ ਹੀ ਉਹਦਾ ਖਤਮ ਹੋ ਗਿਆ। ਮਹਾਰਾਜ ਇਸ ਲਈ ਸਾਨੂੰ ਫਰਮਾਉਂਦੇ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਈ ਦਰ ਬਾਂਧੇ ਹਾਥੀ, ਖਿੰਨਵੇਂ ਭਈ ਪਰਾਈ। ਵੀ ਇੱਕ ਛਿੰਨ ਦੇ ਵਿੱਚ ਹੀ ਸਾਰਾ ਕੁਝ ਪਰਾਇਆ ਹੋ ਗਿਆ। ਇਸ ਲਈ ਫਿਰ ਰਾਵਣ ਨੂੰ ਸਮਝਾਉਂਦੇ ਵੀ ਜਿਹੜਾ ਹੰਕਾਰ ਹੈ ਇਹ ਮਾਲਕ ਨੂੰ ਭਾਉਂਦਾ ਨਹੀਂ ਹੈ। ਫਿਰ ਮਿਸਾਲ ਦਿੱਤੀ ਕੈਰਵੰਤੀ, ਵੀ ਉਹਨਾਂ ਨੇ ਹੰਕਾਰ ਕੀਤਾ, ਹਉਮੈ ਕੀਤੀ ਤੇ ਯੁੱਧ ਕੀਤਾ, ਤੇ ਕੋਈ ਵੀ ਨਾ ਬਚਿਆ ਵੀ ਜਿਹੜਾ ਉਹਨਾਂ ਦੀਆਂ ਦੇਹਾਂ ਨੂੰ ਵੀ ਸਾਂਭ। ਇੰਨਾ ਘਮਸਾਨ ਦਾ ਯੁੱਧ ਹੋਇਆ ਕੁਰੂਕਸ਼ੇਤਰ ਦੇ ਵਿੱਚ ਵੀ ਉਹਨਾਂ ਦੀਆਂ ਦੇਹਾਂ ਨੂੰ ਵੀ ਗਿਲ ਜਾਣੇ ਕਰਦਾ, ਕੋਈ ਨਾ ਬਚਿਆ ਵੀ ਜਿਹੜਾ ਉਹਨਾਂ ਦਾ ਸੰਸਕਾਰ ਵੀ ਕਰਦਾ ਦੇਹਾਂ 'ਚ। ਮਹਾਰਾਜ ਇਸ ਲਈ ਸਾਨੂੰ ਫਰਮਾਉਂਦੇ, ਮੇਰੀ ਮੇਰੀ ਕੈਰੋ ਕਰਤੇ, ਦਰ ਜੋਜਨ ਸੇ ਭਾਈ, 12 ਜੋਜਨ ਸ਼ਦਰ ਝੁਲੇ ਤਾਂ ਦੇਹੀ ਗਰਜਨ ਖਾਈ। ਵੀ ਦਰਜੋਜਨ ਦੀ ਜਦੋਂ ਸਭਾ ਲੱਗਦੀ ਸੀ, ਵੀ 12 ਜੋਜਨ ਇੰਨੀ ਉਹਦੀ ਸੈਨਾ ਸੀ, ਏਡੀ ਸਭਾ ਲੱਗਦੀ ਸੀ, 48 ਕਿਲੋਮੀਟਰ ਤੱਕ ਇੰਨਾ ਛਤਰ ਝੁਲਦਾ ਸੀ। ਤੇ ਮਹਾਰਾਜ ਕਹਿੰਦੇ ਵੀ ਜਦੋਂ ਹੰਕਾਰ ਕੀਤਾ, ਅੰਦਰ ਹਉਮੈ ਆਈ ਤੇ ਦੇਹਾਂ ਨੂੰ ਵੀ ਗਲਜਾ ਨਹੀਂ ਖਾਧ। ਹੁਣ ਇਸ ਲਈ ਫਿਰ ਸਾਨੂੰ ਉਹਨਾਂ ਦੀਆਂ ਮਿਸਾਲਾਂ ਦਿੱਤੀ ਵੀ ਉਹ ਏਡੇ ਏਡੇ ਰਾਜੇ ਹੋਏ, ਇੰਨੀ ਉਹਨਾਂ ਦੀ ਸੈਨਾ ਸੀ, ਰਾਵਣ ਦਾ ਏਡਾ ਵੱਡਾ ਪਰਿਵਾਰ ਸੀ, ਪਰ ਕੋਈ ਵੀ ਨਾ ਬਚਿਆ ਵੀ ਜਿਹੜਾ ਉਹਨੂੰ ਅੰਤ ਸਮੇਂ ਦੀਵਾ ਬੱਤੀ ਦਿਖਾਉਂਦਾ। ਮਹਾਰਾਜ ਕਹਿੰਦੇ 1 ਲੱਖ ਪੂਤ, 1.25 ਲੱਖ ਨਾਤੀ, ਤਹਿ ਰਾਵਣ ਕਰ ਦੀਆ ਨਾ ਬਾਤੀ। ਵੀ ਐਡਾ ਵੱਡਾ ਉਹਦਾ ਪਰਿਵਾਰ ਸੀ ਤੇ ਕੋਈ ਵੀ ਨਾ ਬਚੇ ਵੀ ਜਿਹੜਾ ਉਹਨੂੰ ਅੰਤ ਸਮੇਂ ਤਲੀ ਤੇ ਰੱਖ ਕੇ ਦੀਵਾ ਵੀ ਦਿਖਾਉਂਦਾ। ਉਸ ਸਮੇਂ ਇਸ ਤਰ੍ਹਾਂ ਜੀਵ ਕਰਦੇ ਸੀ। ਉਦੋਂ ਸਮੇਂ ਵਿੱਚ ਇਹ ਵੀ ਜਦੋਂ ਜੀਵ ਅੰਤ ਸਮੇਂ ਦੇਹ ਛੱਡਣ ਲੱਗਦਾ, ਜਿਹੜਾ ਉਹਦਾ ਪਰਿਵਾਰ ਹੁੰਦਾ, ਉਹਦੇ ਸੰਗੀ ਸਾਥੀ ਹੁੰਦੇ, ਉਹ ਇੱਕ ਜਣਾ ਆਪਣੀ ਤਲੀ ਦੇ ਇਸ ਤਰ੍ਹਾਂ ਦੀਵਾ ਜਗਾ ਕੇ ਰੱਖ ਲੈਂਦਾ ਵੀ ਇਹ ਤੂੰ ਦੀਵੇ ਦੀ ਜੋਤ ਵੱਲ ਦੇਖ ਵੀ ਤਾਂ ਕਿ ਤੇਰੀ ਜੋਤ 'ਚ ਜੋਤ ਮਿਲ ਜੇ। ਹਾਲਾਂਕਿ ਇੱਦਾਂ ਦੀਵੇ ਦੀ ਜੋਤ ਨਾਲ ਜੋਤ 'ਚ ਜੋਤ ਮਿਲਦੀ ਨਹੀਂ ਹੈ, ਪਰ ਉਸ ਸਮੇਂ ਉਦੋਂ ਪਰੰਪਰਾ ਸੀ ਵੀ ਜੀਵ ਇਸ ਤਰ੍ਹਾਂ ਕਰਦੇ ਸੀ। ਤੇ ਮਹਾਰਾਜ ਨੇ ਉਹ ਮਿਸਾਲ ਦਿੱਤੀ ਬਈ ਉਹ ਰਾਵਣ ਨੂੰ ਕੋਈ ਵੀ ਨਾ ਬਚਿਆ ਵੀ ਜਿਹੜਾ ਤਲੀ ਤੇ ਰੱਖ ਕੇ ਦੀਵਾ ਵੀ ਦਿਖਾਉਂਦਾ। ਤੇ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਜਦੋਂ ਉਹਨਾਂ ਨੇ ਹਉਮੈ ਹੰਕਾਰ ਕੀਤਾ ਤੇ ਜੀਵਨ ਦੀ ਬਾਜੀ ਨੂੰ ਹਾਰ ਕੇ ਗਏ, ਤੇ ਆਪਾਂ ਨੂੰ ਕਹਿੰਦੇ ਵੀ ਫਿਰ ਤੁਸੀਂ ਉਹਨਾਂ ਤੋਂ ਸਿੱਖ ਲਓ ਵੀ ਅਸੀਂ ਕਾਹਦੀ ਹਉਮੈ ਕਾਹਦਾ ਹੰਕਾਰ ਕਰਦੇ। ਤੇ ਤਾਂ ਫਿਰ ਰਾਵਣ ਨੂੰ ਸਮਝਾਉਂਦੇ ਵੀ
ਜੋ ਜੀਵ ਹੰਕਾਰ ਕਰਦਾ, ਹਉਮੈ ਕਰਦਾ, ਉਹਨੂੰ ਫਿਰ ਕਹਿੰਦੇ ਵੀ ਤੂੰ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦਾ। ਵੀ ਇਹ ਤੂੰ ਸਰੀਰ ਦਾ ਹੰਕਾਰ ਕਰਦਾ, ਅਤੇ ਜੇ ਤੂੰ ਇਹਦਾ ਹੰਕਾਰ ਕਰਦਾ ਤੇ ਇਹਦੇ ਅੰਦਰ ਦੇਖ, ਇਹਦੇ ਅੰਦਰ ਕੀ। ਹੁਣ ਸਾਨੂੰ ਆਪਦੇ ਆਪ ਦੀਂਦਾ ਨਹੀਂ ਵੀ ਇਹਦੇ ਵਿੱਚ ਕੀ ਹੈ, ਅਤੇ ਫਿਰ ਸਾਨੂੰ ਖੋਲ੍ਹ ਕੇ ਦੱਸ ਵੀ ਇਹਦੇ ਵਿੱਚ ਵਿਵਸਥਾ ਹੈ, ਗੰਦਗੀ, ਹੱਡੀਆਂ, ਖੂਨ ਅਤੇ ਉੱਤੇ ਚਮੜਾ ਲਪੇਟਿਆ ਹੋਇਆ, ਹੋਰ ਇਹਦੇ ਵਿੱਚ ਕੁਛ ਹੈ ਨਹੀਂ। ਜਿਵੇਂ ਆਪਾਂ ਦੇਖਦੇ ਹਾਂ ਵੀ ਕੋਈ ਚੀਜ਼ ਬਾਹਰੋਂ ਬੜੀ ਸੋਹਣੀ ਪੈਕਿੰਗ ਕਰਦੀ ਹੈ ਅਤੇ ਅੰਦਰ ਉਹਦੇ ਗੰਦਗੀ ਹੋਵੇ ਭਰੀ ਹੋਈ। ਉਹ ਜਾ ਸਕਦਾ ਅਸੀਂ ਬਾਹਰੋਂ ਸਿਰਫ ਉਹ ਤੋਂ ਲਿਫਾਫਾ ਪੈਕਿੰਗ ਦੇਖਦੇ ਹਾਂ ਅਤੇ ਉਦੋਂ ਸਾਨੂੰ ਲੱਗਦਾ ਵੀ ਸਾਡਾ ਹੈ, ਵੀ ਸਾਡੀ ਇਹ 'ਚ। ਜਦੋਂ ਖੋਲ੍ਹ ਕੇ ਵਿੱਚੋਂ ਪਤਾ ਲੱਗ ਜੇ ਵੀ ਵਿੱਚ ਤਾਂ ਵਿਸਟਾ ਹੈ, ਗੰਦਗੀ ਹੈ, ਫਿਰ ਅਸੀਂ ਕਹਾਂਗੇ ਵੀ ਸਾਡਾ ਨਹੀਂ, ਵੀ ਸਾਡੀ ਨਹੀਂ ਹੈ ਗੰਦਗੀ, ਸਾਡਾ ਨਹੀਂ ਹੈ। ਜਿਸ ਜਗ੍ਹਾ ਹੁਣ ਖੋਲ੍ਹ ਕੇ ਨਹੀਂ ਦੇਖਦੇ ਭਰਮ ਹੈ, ਉਹ ਉਹਨਾਂ ਸਮਾਂ ਜੀਵ ਇਹ ਗੰਦਗੀ 'ਤੇ ਹੰਕਾਰ ਕਰੀ ਜਾਂਦਾ ਅਤੇ ਇਹਨੂੰ ਅਗਿਆਨਤਾ ਜਾਪਦਾ ਸਮਝੀ ਜਾਂਦਾ ਮੇਰਾ। ਮਹਾਰਾਜ ਫਿਰ ਸਾਨੂੰ ਖੋਲ੍ਹ ਕੇ ਦੱਸਦੇ, ਕਹਿੰਦੇ ਵਿਵਸਥਾ ਅਸਤ ਰਕਤ ਪਰੇਟੇ ਚਾਮ ਤਿਸ ਉੱਪਰ ਲਈ ਰੱਖਿਓ ਗਮਾਨ। ਬਈ ਜਿਹੜਾ ਮਨਮੁਖ ਹੈ ਉਹ ਗਮਾਨ ਵੀ, ਹੰਕਾਰ ਵੀ ਕਾਹਦਾ ਕਰਦਾ ਹੈ, ਬਈ ਇਹ ਗੰਦਗੀ 'ਤੇ। ਮਹਾਰਾਜ ਕਹਿੰਦੇ ਵੀ ਅੰਦਰ ਤੇਰੇ ਵਿਵਸਥਾ ਹੈ ਅਤੇ ਅੰਦਰੋਂ ਤੇਰੇ ਬਦਬੂ ਆ ਰਹੀ। ਬਾਹਰ ਜਿਹਨੂੰ ਤੂੰ ਸਜਾਉਣ ਲੱਗੇ ਇਹ ਨਾਸ ਹੋਣ ਵਾਲਾ ਮਿਥਿਆ ਹੋਏ। ਬਈ ਜੋ ਕਾਹਦੀ ਹਉਮੈ, ਕਾਹਦਾ ਫਿਰ ਹੰਕਾਰ ਕਰਦਾ। ਸਤਿਗੁਰੂ ਫਰਮਾਉਂਦੇ ਮਨ ਕਾਹੀ ਹੰਕਾਰ ਫਰ ਦਰਗੰਧ ਭਵੇਤਰ ਬਾਹਰ ਦੇ ਸ਼ੀਸ਼ ਹੁਸ਼ਿਆਰ। ਵੀ ਬਾਹਰ ਨਾਸ ਹੋਣ ਵਾਲਾ ਹੈ ਅਤੇ ਅੰਦਰ ਦਰਗੰਧ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਲਈ ਇਹ ਸਮਝਾਉਂਦੇ ਵੀ ਤਾਂ ਕਿ ਸਾਨੂੰ ਇਹ ਭੇਦ ਖੁੱਲ੍ਹ ਜੇ ਵੀ ਸਾਡਾ ਜਿਹੜਾ ਘਰ ਹੈ ਉਹ ਬਹੁਤ ਸੋਹਣਾ ਬਣਾਇਆ ਮਾਲਕ ਨੇ। ਆਪਣਾ ਘਰ ਇੱਕ ਕਾਇਆ ਤੋਂ ਉੱਪਰ, ਜਿਸੇ ਪਾਉਣ ਖਤਮ ਹੁੰਦੀ ਪਾਉਣ ਤੋਂ ਉੱਤੇ ਆਪਣਾ ਘਰ ਸ਼ੁਰੂ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੇ ਵਾਸਤੇ ਜੋ ਮਾਲਕ ਨੇ ਘਰ ਬਣਾ ਕੇ ਦਿੱਤਾ ਹੈ ਉਹ ਬਹੁਤ ਸੋਹਣਾ ਬਣਾਇਆ। ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਬ ਸਸ ਦੀਪ ਅਨੂਪ ਜੋਤ, ਤ੍ਰੈ ਭਵਨ ਜੋਤ ਅਪਾਰ। ਬਈ ਸਾਡੇ ਵਾਸਤੇ ਜਿਹੜਾ ਘਰ ਬਣਾਇਆ ਹੈ ਉਹ ਬਹੁਤ ਮਾਲਕ ਨੇ ਸੋਹਣਾ ਬਣਾ ਕੇ ਦਿੱਤਾ ਅਤੇ ਮਨ ਵਾਸਤੇ ਸਾਰੀਆਂ ਸੁੱਖ ਸਹੂਲਤਾਂ ਰੱਖੀਆਂ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਇਹ ਤੁਹਾਡਾ ਡੇਰਾ ਨਹੀਂ ਹੈ। ਡੇਰਾ ਕਹਿੰਦੇ ਘਰ ਨੂੰ, ਵੀ ਇਹ ਤੁਹਾਡਾ ਅਸਲੀ ਡੇਰਾ ਨਹੀਂ। ਹੁਣ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਆਪਣੇ ਅਸਲ ਡੇਰੇ ਦੀ, ਅਸਲ ਘਰ ਦੀ ਪਹਿਚਾਣ ਕਰ ਲਓ। ਫਰਮਾਉਂਦੇ ਡੱਡਾ ਡੇਰਾ ਇਹ ਨਹੀਂ, ਜਿਹ ਡੇਰਾ ਤਹਿ ਜਾਣ, ਊਹਾਂ ਡੇਰਾ ਕੇ ਸੰਜਮੋ ਗੁਰ ਕੀ ਸ਼ਬਦ ਪਛਾਣ। ਬਈ ਗੁਰੂ ਦੇ ਸ਼ਬਦ ਦੁਆਰਾ ਹੁਣ ਆਪਣੇ ਅਸਲ ਡੇਰੇ ਦੀ ਪਹਿਚਾਣ ਕਰ ਲਈਏ, ਘਰ ਦੀ ਪਹਿਚਾਣ ਕਰ ਲਈਏ। ਜੇ ਹੁਣ ਅਸੀਂ ਆਪਦੇ ਘਰ ਦੀ ਪਹਿਚਾਣ ਕਰ ਲਾਂਗੇ ਫਿਰ ਸਾਨੂੰ ਭੇਦ ਖੁੱਲ੍ਹਦਾ ਵੀ ਸਾਡੇ ਵਾਸਤੇ ਤਾਂ ਮਾਲਕ ਨੇ ਬਹੁਤ ਸੋਹਣਾ ਘਰ ਬਣਾ ਕੇ ਦਿੱਤਾ, ਵੀ ਇਹ ਤਾਂ ਸਾਡਾ ਹੈ ਹੀ ਨਹੀਂ। ਵੀ ਇਹ ਜਿਹੜਾ ਸਰੀਰ ਇਹ ਆਪਣਾ ਨਹੀਂ, ਇਹ ਮਾਇਆ ਹੈ। ਸਰੀਰ ਨੂੰ ਮਾਇਆ ਕਹਿੰਦੇ, ਕਾਲ ਦੇ ਸਪੁਰਦ ਕੀਤਾ। ਇਹੋ ਸਰੀਰ ਸਭ ਮੂਲ ਹੈ ਮਾਇਆ।
ਦੂਜੇ ਭਾਏ ਭਰਮ ਭੁਲਾਇਆ, ਵੀ ਇਹ ਸਰੀਰ ਮਾਇਆ ਦਾ ਮੂਲ ਹੈ, ਵੀ ਇਹ ਸਰੀਰ ਨੂੰ ਮਾਇਆ ਕਹਿੰਦੇ। ਜਦੋਂ ਅਸੀਂ ਇਹਨੂੰ ਆਪਦਾ ਸਮਝ ਲੈਂਦੇ, ਕਹਿੰਦੇ ਭਰਮਾਂ 'ਚ ਪੈ ਕੇ ਦੂਜੇ ਨਾਲ ਜੁੜ ਗਏ। ਦੂਜਾ ਕੌਣ ਹੈ? ਮਾਇਆ। ਜੇ ਹੁਣ ਅਸੀਂ ਮਾਲਕ ਨੂੰ ਛੱਡ ਕੇ, ਪਰਮਾਤਮਾ ਨੂੰ, ਆਪਦੇ ਘਰ ਨੂੰ ਛੱਡ ਕੇ, ਜੇ ਅਸੀਂ ਦੂਜੇ ਨਾਲ ਹੀ ਜੁੜੇ ਰਹਾਂਗੇ, ਫਿਰ ਕਹਿੰਦੇ ਭਵ ਸਾਗਰ 'ਚ ਡੁੱਬ ਜਾਣਗੇ, ਜੀਵਨ ਦਾ ਲਾਹਾ ਨਹੀਂ ਕੱਟਣਗੇ। ਮਹਾਰਾਜ ਫਰਮਾਉਂਦੇ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਹੇ ਆ, ਵੀ ਉਹ ਡੁੱਬ ਜਾਣਗੇ ਜਿਹੜੇ ਮਾਲਕ ਨੂੰ ਵਿਸਾਰ ਕੇ ਦੂਜੇ ਨਾਲ ਜੁੜ ਕੇ। ਹੁਣ ਦੂਜਾ ਜਿਹੜਾ ਇਹ ਸਰੀਰ ਹੈ, ਬਿਨਸਣਹਾਰ ਹੈ, ਸਦਾ ਨਹੀਂ ਰਹਿਣਾ। ਆਵਾ ਨੂੰ ਇਸ ਲਈ ਕਹਿੰਦੇ ਵੀ ਇਹਨੂੰ ਮਿਥਿਆ ਸਮਝ। ਮਿਥਿਆ ਹੁੰਦਾ ਵੀ ਨਾਸਵਾਨ, ਕੁਝ ਸਮੇਂ ਵਾਸਤੇ, ਸਦਾ ਨਹੀਂ ਰਹਿਣ ਵਾਲਾ। ਜਿਹੜਾ ਇਹਦੇ ਭੀਤਰ ਵੱਸਦਾ ਹੈ ਮਾਲਕ, ਉਹਦੀ ਪਹਿਚਾਣ ਕਰੋ ਵੀ ਉਹ ਕੌਣ ਹੈ। ਜਿਹੜੀ ਇਹਦੇ ਵਿੱਚ ਜੋਤ ਹੈ, ਜੋ ਇਹਦੇ ਵਿੱਚ ਨਾਮ ਹੈ, ਜਿਹਦੇ ਆਸਰੇ ਖੜਾ ਹੈ, ਜਿਹਦੇ ਆਸਰੇ ਚੱਲ ਰਿਹਾ ਹੈ, ਉਹਦੀ ਪਹਿਚਾਣ ਕਰੋ ਵੀ ਉਹ ਕੌਣ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਸਾਧੋ ਇਹ ਤਨ ਮਿਥਿਆ ਜਾਨੋ, ਜਾ ਭੀਤਰ ਜੋ ਰਾਮ ਵਸਤ ਹੈ, ਸਾਚੋ ਤਾਹੇ ਪਹਿਚਾਨੋ। ਸਾਨੂੰ ਹੁਣ ਦੱਸ ਦਿੱਤਾ ਵੀ ਇਹਦੇ 'ਚ ਰਾਮ ਵਸਦਾ, ਇਹਦੇ ਵਿੱਚ ਰਾਮ ਬੋਲ ਰਿਹਾ। ਇਸ ਲਈ ਕਹਿੰਦੇ ਵੀ ਸਾਰਿਆਂ ਦੇ ਅੰਦਰ ਹੀ ਬੋਲਦਾ। ਜਿੰਨੇ ਵੀ ਘਟ ਨੇ, ਘਟ ਕਹਿੰਦੇ ਸਰੀਰ ਨੂੰ, ਵੀ ਸਾਰੇ ਘਟਾਂ ਦੇ ਵਿੱਚ ਬੋਲਦਾ। ਰਮਾਉਂਦੇ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਵੀ ਜਿੰਨੇ ਵੀ ਘਟ ਨੇ, ਸਭਨਾਂ ਦੇ ਅੰਦਰ ਰਾਮ ਵਾਹਿਗੁਰੂ ਬੋਲਦਾ। ਹੁਣ ਅਸੀਂ ਉਹ ਆਵਾਜ਼ ਨੂੰ ਸੁਣਨਾ ਵੀ ਵਾਹਿਗੁਰੂ ਕਿਵੇਂ ਬੋਲਦਾ ਹੈ, ਉਹਨਾਂ ਦੀ ਆਵਾਜ਼ ਕਿਹੋ ਜਿਹੀ ਹੈ। ਇਹ ਰਾਵਾ ਨੂੰ ਦੱਸਦੇ ਵੀ ਉਹ ਮਿੱਠ ਬੋਲੜਾ ਜੀ, ਇਹਨਾਂ ਦੀ ਆਵਾਜ਼ ਬੜੀ ਮਿੱਠੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੁਣ ਜੋ ਮਾਲਕ ਬੋਲਦੇ, ਉਹਨਾਂ ਦੀ ਜੋ ਆਵਾਜ਼ ਹੈ ਉਹ ਅਨਹਦ ਹੈ। ਪਰਮਾਤਮਾ ਆਪ ਵੀ ਅਨਹਦ ਨਹੀਂ। ਅਨਹਦ ਹੁੰਦਾ ਵੀ ਜਿਹਦੀ ਕੋਈ ਹੱਦਬੰਦੀ ਨਹੀਂ, ਬੇਅੰਤ, ਵੀ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਮਾਲਕ ਬੇਅੰਤ ਹੈ, ਅਨਹਦ ਹੈ, ਅਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਆਵਾਜ਼ ਵੀ ਅਨਹਦ ਹੈ। ਪ੍ਰਕਾਸ਼ ਦੇ ਵਿੱਚੋਂ, ਮਾਲਕ ਦੇ ਮੁਖ ਦੇ ਵਿੱਚੋਂ ਉਹ ਅਨਹਦ ਸ਼ਬਦ ਨਾਦ ਪ੍ਰਗਟ ਹੋ ਰਹੀ। ਫਰਮਾਉਂਦੇ, ਅਨਹਦੋ ਅਨਹਦ ਵਾਜੀ, ਰੁਣ ਝਣਕਾਰੇ ਰਾਮ। ਬਈ ਉਹ ਅਨਹਦ ਪ੍ਰਕਾਸ਼ ਦੇ ਵਿੱਚੋਂ ਅਨਹਦ ਨਾਦ ਪ੍ਰਗਟ ਹੋ ਰਿਹਾ ਮਾਲਕ ਦੇ ਮੁਖ ਦੇ ਵਿੱਚ। ਪਰਮਾਤਮਾ ਦੇ ਮੁਖ ਦੀ ਬਾਣੀ, ਜਿਹਨੂੰ ਨਾਮ ਆਖੀਏ, ਸਹਿਜ ਧੁਨ ਆਖੀਏ। ਮਹਾਰਾਜ ਕਹਿੰਦੇ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਪਰਮਾਤਮਾ ਦੇ ਮੁਖ ਦੀ ਬਾਣੀ। ਹੁਣ ਮਾਲਕ ਦੇ ਮੁਖ ਦੀ ਜੋ ਬਾਣੀ ਹੈ, ਉਹਨੂੰ ਅਨਹਦ ਕਹਿੰਦੇ। ਅਨਹਦ ਨਾਦ ਦੇ ਰੂਪ ਦੇ ਵਿੱਚ ਮਾਲਕ ਸਾਰੇ ਘਟਾਂ ਦੇ ਵਿੱਚ ਬੋਲ ਰਹੇ, ਸਭਨਾਂ ਦੇ ਅੰਦਰ ਬੋਲਦਾ। ਹੁਣ ਆਵਾ ਨੂੰ ਕਹਿੰਦੇ ਵੀ ਮਾਲਕ ਬੋਲ ਰਿਹਾ, ਤੁਸੀਂ ਸੁਣੋ। ਸੁਣੀਏ ਕਿਵੇਂ? ਫਿਰ ਸਾਨੂੰ ਕਹਿੰਦੇ ਵੀ ਸਹਿਜ ਵਿੱਚ ਜਾ ਕੇ ਸੁਣੋ, ਧਿਆਨ ਦੇ ਨਾਲ ਸੁਣੋ। ਸੁਣਿਆ ਲਾਗੇ ਸਹਿਜ ਧਿਆਨ। ਜੇ ਹੁਣ ਅਸੀਂ ਸਹਿਜ ਵਿੱਚ ਜਾਵਾਂਗੇ ਤੇ ਅਸੀਂ ਸੁਣਾਂਗੇ ਤੇ ਸਾਨੂੰ ਸੁਣਾਈ ਦੇਗਾ। ਹੁਣ ਇੱਧਰ ਵਿਚਾਰਾਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ, ਇਹਨਾਂ 'ਚ ਸਹਿਜ ਨਹੀਂ ਹੈ। ਵਿਚਾਰਾਂ ਦੇ ਵਿੱਚ
ਇਹ ਜਿਹੜੇ ਵਿਚਾਰ ਨੇ ਇਹ ਸਾਡੇ ਮਨ ਦੇ ਕਰਮ ਨੇ। ਹੁਣ ਇਹ ਕਰਮ ਦੇ ਵਿੱਚ ਸਹਿਜ ਨਹੀਂ ਵਿਚਾਰਾਂ 'ਚ। ਮਹਾਰਾਜ ਇਸ ਲਈ ਫਰਮਾਉਂਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਬਈ ਵਿਚਾਰਾਂ ਦੇ ਵਿੱਚ ਸਹਿਜ ਨਹੀਂ, ਤੇ ਜਦ ਤੱਕ ਅਸੀਂ ਸਹਿਜ ਵਿੱਚ ਨਹੀਂ ਜਾਵਾਂਗੇ ਸਾਡੇ ਸਹਿੰਸੇ, ਸਾਡੇ ਫਿਕਰ, ਸਾਡੀਆਂ ਚਿੰਤਾਵਾਂ ਇਹ ਖਤਮ ਨਹੀਂ ਹੋਣਗੀ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਸਹਿਜ ਸਾਡਾ ਘਰ ਹੈ, ਤੁਸੀਂ ਸਹਿਜ ਵਿੱਚ ਆਓ। ਹੁਣ ਸਹਿਜ ਵਿੱਚ ਜਾਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ, ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ। ਫਿਰ ਅਸੀਂ ਸਹਿਜ ਵਿੱਚ ਜਾ ਸਕਦੇ ਹਾਂ ਗੁਰੂ ਦੀ ਮੱਤ ਲੈ ਕੇ। ਨਹੀਂ ਤਾਂ ਜੇ ਅਸੀਂ ਆਪਦੀ ਮੱਤ ਵਰਤਾਂਗੇ ਸਾਨੂੰ ਸਹਿਜ ਦਾ ਭੇਦ ਹੀ ਨਹੀਂ ਆਉਣਾ। ਮਹਾਰਾਜ ਇਸ ਲਈ ਕਹਿੰਦੇ ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਈ। ਬਈ ਸਹਿਜ ਨੂੰ ਸਾਰੀ ਲਕਾਈ ਚਾਹੇ ਲੋਚਦੀ ਹੋਵੇ, ਪਰ ਗੁਰੂ ਤੋਂ ਬਿਨਾਂ ਸਾਨੂੰ ਸਹਿਜ ਦਾ ਭੇਤ ਨਹੀਂ ਆਉਂਦਾ। ਸਹਿਜ ਦੀ ਸਾਨੂੰ ਪ੍ਰਾਪਤੀ ਨਹੀਂ ਹੋ ਸਕਦੀ ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ। ਗੁਰੂ ਦੀ ਮੱਤ ਲੈ ਕੇ ਅਸੀਂ ਸਹਿਜ ਵਿੱਚ ਜਾ ਸਕਦੇ ਹਾਂ, ਆਪਦੇ ਘਰ ਜਾ ਸਕਦੇ। ਹੁਣ ਗੁਰੂ ਫਿਰ ਸਾਨੂੰ ਕੀ ਮੱਤ ਦਿੰਦੇ, ਕੀ ਕਹਿੰਦੇ ਸਾਨੂੰ? ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਕ ਤਾਂ ਤੁਸੀਂ ਸਿਮਰਨ ਕਰੋ ਆਪਦੀ ਮੱਤ ਛੱਡਣ ਵਾਸਤੇ, ਨਾਲ ਗੁਰੂ ਦੀ ਮੱਤ ਮਨ ਨੂੰ ਦੇਵੋ, ਤੇ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨੇ, ਰੋਸ ਨਾ ਕਰੇ, ਆਪਦੀ ਮੱਤ ਨਾ ਵਰਤੇ। ਜਦੋਂ ਅਸੀਂ ਮਾਲਕ ਦਾ ਕੀਤਾ ਹੋਇਆ ਭਲਾ ਭਲਾ ਕਰਕੇ ਮੰਨਾਂਗੇ, ਜਾਣਾਂਗੇ, ਫਿਰ ਸਾਡਾ ਮਨ ਹੈ ਜਿਹੜਾ ਇਹ ਸਹਿਜ ਵਿੱਚ ਆ ਜਾਂਦਾ, ਇਹ ਆਪਦੇ ਘਰ ਆ ਜਾਂਦਾ। ਮਾਰੇ ਫਰਮਾਉਂਦੇ ਗੁਰ ਸ਼ਬਦੀ ਤਰੀਏ, ਬੌਰ ਨਾ ਮਰੀਏ। ਚੁਕੇ ਆਵਣ ਜਾਣਾ ਜੋ ਕੁਛ ਕਰੇ, ਸੋਈ ਭਲ ਮਾਨੋ ਤਾ ਮਨ ਸਹਿਜ ਸਮਾਨ। ਬਈ ਜੋ ਮਾਲਕ ਕਰਦਾ, ਜਦੋਂ ਅਸੀਂ ਉਹਨੂੰ ਭਲਾ ਭਲਾ ਕਰਕੇ ਮੰਨਾਂਗੇ, ਫਿਰ ਸਾਡਾ ਮਨ ਸਹਿਜ ਵਿੱਚ ਜਾ ਸਕਦਾ, ਫਿਰ ਇਹ ਘਰ ਜਾ ਸਕਦਾ। ਨਹੀਂ ਤਾਂ ਸਹਿਜ ਵਿੱਚ ਜਾਏਗਾ ਹੀ। ਜੇ ਅਸੀਂ ਆਪਦੀ ਮੱਤ ਵਰਤਾਂਗੇ, ਸਹਿਜ ਵਿੱਚ ਜਾਣਾ ਤਾਂ ਦੂਰ, ਸਾਨੂੰ ਸਹਿਜ ਦਾ ਭੇਤ ਵੀ ਨਹੀਂ ਆ ਸਕਦਾ। ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਸਹਿਜ ਵਿੱਚ ਜਾਵਾਂਗੇ, ਸਹਿਜ ਦੀ ਨਿਸ਼ਾਨੀ ਕੀ, ਸਾਨੂੰ ਕਿਵੇਂ ਪਤਾ ਲੱਗਦਾ ਵੀ ਅਸੀਂ ਸਹਿਜ ਵਿੱਚ ਗਏ ਵੀ ਹਾਂ ਕਿ ਜਾਂ ਨਹੀਂ ਗਏ? ਜਦੋਂ ਅਸੀਂ ਸਹਿਜ ਵਿੱਚ ਜਾਣਾ ਸ਼ੁਰੂ ਕਰਾਂਗੇ, ਸਾਡਾ ਉਦੋਂ ਹੀ ਮੁੱਖ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਦੇਖੋਗੇ ਵੀ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਖਾਧੀ, ਫਿਰ ਵੀ ਆਪਣਾ ਮੁੱਖ ਮਿੱਠਾ ਹੋਈ ਜਾਣਾ। ਅੰਦਰੋਂ ਹੀ ਸਾਨੂੰ ਜੋ ਰਸ ਹੈ ਅੰਮ੍ਰਿਤ, ਉਹ ਮਾਲਕ ਦੇਣਾ ਸ਼ੁਰੂ ਕਰ ਦਿੰਦੇ। ਇਹ ਸਹਿਜ ਦੀ ਨਿਸ਼ਾਨੀ। ਮਾਰੇ ਫਰਮਾਉਂਦੇ ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮੀਠਾ ਲਾਇਆ। ਬਈ ਜਦੋਂ ਅਸੀਂ ਥੋੜ੍ਹਾ ਜਿਹਾ ਸਹਿਜ ਵਿੱਚ ਹੋਵਾਂਗੇ, ਜਾਵਾਂਗੇ, ਤੇ ਉਦੋਂ ਹੀ ਸਾਡਾ ਮੁੱਖ ਮਿੱਠਾ ਹੋਣਾ ਸ਼ੁਰੂ ਹੋ ਜਾ। ਇਹ ਸਹਿਜ ਦੀ ਨਿਸ਼ਾਨੀ ਹੈ ਆਪਣੇ ਘਰ ਦੀ। ਫਿਰ ਜਿੰਨਾ ਅਸੀਂ ਸਹਿਜ ਦੇ ਵਿੱਚ ਪ੍ਰਵੇਸ਼ ਹੁੰਦੇ ਜਾਵਾਂਗੇ, ਓਨਾ ਹੀ ਸੁੱਖ, ਓਨਾ ਹੀ ਆਨੰਦ ਵੱਧਦਾ ਜਾਏਗਾ। ਸਹਿਜ ਦਾ ਕੋਈ ਅੰਤ ਹੀ ਨਹੀਂ। ਜਿੰਨਾ ਅਸੀਂ ਤੁਰੇ ਜਾਵਾਂਗੇ, ਓਨਾ ਹੀ ਅਸੀਂ ਸਹਿਜ ਦੇ ਵਿੱਚ ਸਮਾਉਂਦੇ ਜਾਵਾਂਗੇ। ਸੋ ਤਾਂ ਫਿਰ ਆਪਾਂ ਨੂੰ ਗੁਰਮੁਖਾਂ ਨੇ ਇੰਨਾ ਜ਼ਿਆਦਾ ਸਹਿਜ ਦਿਖਾਇਆ ਹੈ
ਬਈ ਜਿਵੇਂ ਆਪਾਂ ਦੇਖਦੇ ਜੀਵ ਦੀ ਮਰਨ ਤੋਂ ਬਾਅਦ ਦੀ ਅਵਸਥਾ ਹੁੰਦੀ, ਜਦੋਂ ਜੀਵ ਦੇਹ ਛੱਡ ਜਾਂਦਾ, ਦੇਹ ਛੱਡਣ ਤੋਂ ਮਗਰੋਂ ਚਾਹੇ ਉਹਨੂੰ ਅੱਗ 'ਤੇ ਸਾੜ ਦਿਓ, ਉਹ ਨਹੀਂ ਮਹਿਸੂਸ ਕਰਦਾ, ਚਾਹੇ ਉਹਨੂੰ ਮਿੱਟੀ 'ਚ ਦੱਬ ਦਿਓ, ਚਾਹੇ ਉਹਨੂੰ ਪਾਣੀ 'ਚ ਰੋੜ ਦਿਓ, ਅਤੇ ਚਾਹੇ ਉਹਨੂੰ ਜਾਨਵਰਾਂ ਦੇ ਅੱਗੇ ਸੁੱਟ ਦਿਓ, ਉਹਨੂੰ ਖਾ ਜਾਣ, ਉਹ ਨਹੀਂ ਮਹਿਸੂਸ ਕਰੀ। ਕਿਉਂਕਿ ਉਹਦੇ ਵਿੱਚੋਂ ਉਹ ਨਿਕਲ ਗਿਆ, ਸਿਰਫ ਇਹ ਸਰੀਰ ਰਹਿ ਗਿਆ, ਘਰ ਰਹਿ ਗਿਆ, ਜਿਹੜਾ ਉਹਦੇ ਅੰਦਰ ਵੱਸਦਾ ਸੀ ਉਹ ਚਲਾ ਗਿਆ ਇਹਦੇ ਵਿੱਚ। ਇਸ ਲਈ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਜਿਹੜਾ ਮ੍ਰਿਤਕ ਹੈ, ਵੀ ਮ੍ਰਿਤਕ ਨੂੰ ਚਾਹੇ ਤੁਸੀਂ ਚੰਦਨਾਂ ਦੀ ਲੱਕੜ 'ਤੇ ਰੱਖ ਦਿਓ, ਉਹਨੂੰ ਉਹਦਾ ਕੋਈ ਲਾਭ ਨਹੀਂ। ਚਾਹੇ ਮ੍ਰਿਤਕ ਨੂੰ ਵੈਸਟਾ ਦੇ ਵਿੱਚ ਰੁਲ ਦਿਓ ਤਾਂ ਵੀ ਉਹਦਾ ਕੁਛ ਘੱਟ ਨਹੀਂ ਜਾਂਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਜੇ ਮ੍ਰਿਤਕ ਉਹ ਚੰਦਨ ਚੜ੍ਹਾਵੇ, ਉਸ 'ਤੇ ਕਹੋ ਕਵਣ ਫਲ ਪਾਵੇ, ਜੇ ਮ੍ਰਿਤਕ ਉਹ ਵੈਸਟਾ ਮੇ ਰਲਾਈ ਤਾਂ ਮ੍ਰਿਤਕ ਕਿਆ ਘਟ ਜੇ। ਵੀ ਫਿਰ ਕਿਹੜਾ ਉਹਦਾ ਕੁਛ ਘੱਟ ਜਾਣਾ, ਕਿਉਂਕਿ ਉਹ ਤਾਂ ਚੱਲਾ ਗਿਆ ਜਾਨਵਰ। ਹੁਣ ਜਿਹੜੀ ਅਵਸਥਾ ਜੀਵ ਦੀ ਮਰਨ ਤੋਂ ਬਾਅਦ ਹੁੰਦੀ, ਇਹ ਸਰੀਰ ਦੀ, ਹੁਣ ਉਹ ਅਵਸਥਾ ਗੁਰਮੁਖਾਂ ਨੇ ਜਿਉਂਦੇ ਜੀ ਆਪਾਂ ਨੂੰ ਦਿਖਾਈ ਕਰਕੇ, ਬਈ ਜਦੋਂ ਮਨ ਉਹਨਾਂ ਦਾ ਸਹਿਜ ਵਿੱਚ ਚਲਾ ਗਿਆ, ਫਿਰ ਜੇ ਸਰੀਰ ਨੂੰ ਥੋੜ੍ਹਾ ਥੋੜ੍ਹਾ ਕਰਕੇ ਕੱਟਿਆ ਅਤੇ ਉਹਨਾਂ ਨੇ ਬੰਦ ਕਟਾ ਲਈ, ਕਿਉਂਕਿ ਸਹਿਜ ਦੇ ਵਿੱਚ ਜੇ ਉਹਨਾਂ ਨੂੰ ਝਾੜੀਆਂ 'ਤੇ ਚਾੜਿਆ ਗਿਆ, ਉਹਨਾਂ 'ਤੇ ਚੜ੍ਹ ਕੇ, ਜੇ ਸੀਸ ਲਾਇਆ ਤੇ ਤਾਂ ਲੈ ਕੇ, ਬਈ ਉਹ ਸਹਿਜ ਦੇ ਵਿੱਚ ਇੰਨਾ ਸਹਿਜ ਅਵਸਥਾ ਦਿਖਾਈ ਗੁਰਮੁਖਾਂ ਨੇ, ਬਈ ਜਦੋਂ ਮਨ ਸਹਿਜ ਵਿੱਚ ਚਲਾ ਜਾਂਦਾ, ਬਈ ਸਹਿਜ ਦਾ ਕੋਈ ਅੰਤ ਹੀ ਨਹੀਂ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਸਹਿਜ ਘਰ ਆਵੋ। ਜੇ ਅਸੀਂ ਸਹਿਜ ਵਿੱਚ ਚਲੇ ਜਾਵਾਂਗੇ, ਉੱਥੇ ਸਾਨੂੰ ਆਹ ਸੰਸਾਰ ਦਾ ਦੁੱਖ ਸੁੱਖ ਨਹੀਂ ਵਿਆਪਦਾ, ਇਹ ਤੋਂ ਮਨ ਉੱਪਰ ਚਲਾ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿਥੇ ਊਂਘ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਾਹੀਂ, ਜਿਥੇ ਆਤਮ ਰਾਮ ਪ੍ਰਗਾਸ। ਵੀ ਉੱਥੇ ਜਦੋਂ ਸਹਿਜ ਘਰ ਦੇ ਵਿੱਚ ਚਲਾ ਗਿਆ ਮਨ, ਫਿਰ ਇਹਨੂੰ ਇਹ ਨਹੀਂ ਦੁੱਖ ਸੁੱਖ ਨਹੀਂ ਵਿਆਪਦਾ, ਇਹਨਾਂ ਤੋਂ ਉੱਪਰ ਚਲਾ ਜਾਂਦਾ। ਅਤੇ ਇਹ ਹੁਣ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਸਹਿਜ ਵਿੱਚ ਆਓ, ਅਤੇ ਜਦੋਂ ਅਸੀਂ ਸਹਿਜ ਵਿੱਚ ਚਲੇ ਜਾਵਾਂਗੇ, ਉੱਥੇ ਸਾਡੇ ਮਨ ਨੂੰ ਇਹ ਸੰਸਾਰ ਦਾ ਦੁੱਖ ਸੁੱਖ ਨਹੀਂ ਵਿਆਪੇਗਾ। ਇਹ ਓਨਾ ਸਮਾਂ ਜਿੰਨਾ ਸਮਾਂ ਅਸੀਂ ਇੱਧਰ ਮਾਇਆ ਦੇ ਘਰ ਦੇ ਵਿੱਚ, ਵਿਚਾਰਾਂ 'ਚ, ਭਰਮ ਦੇ ਵਿੱਚ, ਓਨਾ ਸਮਾਂ ਫਿਰ ਇੱਧਰ ਸੰਸਾਰ ਦੇ ਵਿੱਚ ਫਿਰ ਦੁਖੀ ਹੁੰਦਾ, ਇਹਨੂੰ ਦੁੱਖ ਲੱਗਦੇ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਦੁੱਖ ਸੁੱਖ ਵਿਚਾਰਾਂ ਦੇ ਵਿੱਚ ਨਹੀਂ। ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ, ਫਿਰ ਜੇ ਅਸੀਂ ਗੁਰੂ ਦੀ ਮੱਤ ਲੈ ਲਾਂਗੇ, ਸਹਿਜ ਵਿੱਚ ਚਲੇ ਜਾਵਾਂਗੇ, ਅਤੇ ਅਸੀਂ ਇਹ ਤੋਂ ਉੱਪਰ ਉੱਠ ਜਾਵਾਂਗੇ। ਇਹ ਸਰੀਰ ਤੋਂ ਮਨ ਉੱਪਰ ਉੱਠ ਜਾਂਦਾ। ਸੋ ਇਹ ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਦੇ ਘਰ ਦੀ ਪਹਿਚਾਣ ਕਰੋ, ਵੀ ਇਹ ਸਰੀਰ ਤੁਹਾਡਾ ਨਹੀਂ, ਇਹ ਇੱਕ ਦਿਨ ਸਾਨੂੰ ਖਾਲੀ ਕਰਨਾ ਪੈਣਾ, ਇਹ ਸਾਨੂੰ ਛੱਡਣਾ ਪੈਣਾ ਇੱਕ ਦਿਨ। ਹੁਣ ਅੰਤ ਸਮਾਂ ਕਿੱਦਾਂ ਦਾ ਆਉਣਾ, ਕੀ ਕਾਰਨ ਬਣਨਾ, ਉਹ ਵੀ ਕਰਤੇ ਦੇ ਵੱਸ ਹੈ, ਕਾਰਨ ਕਰਤੇ ਵੱਸ ਹੈ। ਬਈ ਇਹ ਦੇਹ ਨੂੰ ਕੋਈ ਰੋਗ ਲੱਗਣਾ ਹੈ, ਜਾਂ ਕੋਈ ਹੋਰ ਕਾਰਨ ਬਣਨਾ ਹੈ, ਇਹਨੂੰ ਛੱਡਣ ਦਾ ਕੀ ਕਾਰਨ ਬਣਦਾ, ਉਹ ਕਰਤੇ ਬਸ। ਪਰ ਮਹਾਰਾਜ ਕਹਿੰਦੇ ਵੀ ਜੇ
ਅਸੀਂ ਆਪਦਾ ਘਰ ਦੇਖਿਆ ਹੋਏਗਾ, ਸਹਿਜ ਵਿੱਚ ਹੋਵਾਂਗੇ, ਫਿਰ ਸਾਨੂੰ ਅੱਗੇ ਸੌਖਾ ਹੈ। ਕਿਉਂਕਿ ਇਹਨੂੰ ਤਾਂ ਪਤਾ ਨਹੀਂ ਵੀ ਕਿੱਦਾਂ ਛੱਡਣਾ। ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਵੇ। ਵੀ ਜੇ ਉਹ ਸਾਹਿਬ ਮਾਲਕ ਸਾਨੂੰ ਨਾ ਵਿਸਰੇ, ਨਾ ਸਾਨੂੰ ਭੁੱਲੇ, ਸਾਡੇ ਹਿਰਦੇ 'ਚ ਵਸਿਆ ਹੋਵੇ, ਫਿਰ ਸਹਿਲਾ, ਫਿਰ ਸੌਖਾ। ਨਹੀਂ ਤਾਂ ਫਿਰ ਔਖਾ ਬਹੁਤ। ਸੰਸਾਰ 'ਚ ਵੀ ਜੀਵ ਔਖਾ, ਇੱਥੇ ਵੀ। ਜਦੋਂ ਇਹ ਦੇਹ ਨੂੰ ਛੱਡੇਗਾ ਫਿਰ ਉਦੋਂ ਵੀ ਔਖਾ, ਕਿਉਂਕਿ ਆਪਦਾ ਘਰ ਨਹੀਂ ਦੇਖਿਆ ਵੀ ਜਾਣਾ ਕਿੱਥੇ। ਜਿਹੜੇ ਘਰ ਦੀ ਅਸੀਂ ਪਹਿਚਾਣ ਕਰਨੀ ਸੀ ਆਪਦੇ ਅਤੇ ਪਹਿਚਾਣ ਕਰਨੀ ਸੀ ਇੱਧਰ ਰਹਿੰਦੇ ਹੋਏ, ਸਮਾਂ ਖਤਮ ਹੋਣ ਤੋਂ ਪਹਿਲਾਂ, ਤਾਂ ਕਿ ਜਦੋਂ ਇਹ ਘਰ ਢਹਿਣ ਲੱਗਦਾ ਅਸੀਂ ਇਹ ਘਰ ਨੂੰ ਖਾਲੀ ਕਰਕੇ ਫਟਾਫਟ ਆਪਦੇ ਘਰ ਜਾ ਵੜਦੇ। ਹੁਣ ਮਾਰੇ ਕਹਿੰਦੇ ਵੀ ਜੇ ਘਰ ਦਾ ਭੇਤ ਲਿਆ ਨਹੀਂ, ਇਹਨੇ ਤਾਂ ਢਹਿਣਾ ਹੀ ਢਹਿਣਾ ਇੱਕ ਦਿਨ। ਕਾਇਆ ਨਗਰੀ ਢਹਿ ਢੇਰੀ, ਵੀ ਇਹ ਕਾਇਆ ਨਗਰੀ ਇਹ ਘਰ ਹੈ ਅਤੇ ਇਹਨੇ ਤਾਂ ਢਹਿਣਾ ਹੀ ਢਹਿਣਾ। ਹੁਣ ਜਦੋਂ ਇਹ ਢਹੇਗੀ, ਜੇ ਅੱਗੇ ਘਰ ਦੇਖਿਆ ਨਹੀਂ ਤਾਂ ਫਿਰ ਜਾਵਾਂਗੇ ਕਿੱਥੇ। ਇਹਦੇ ਵਿੱਚ ਤਾਂ ਵੜ ਨਹੀਂ ਸਕਦੇ। ਜਦੋਂ ਢਹਿ ਗਈ ਫਿਰ ਇਹਦੇ ਵਿੱਚ ਨਹੀਂ ਵੜ ਸਕਦੇ। ਅਤੇ ਅਗਲੀ ਖਬਰ ਨਹੀਂ ਵੀ ਜਾਣਾ ਕਿੱਥੇ, ਉਹ ਘਰ ਨਹੀਂ ਦੇਖੇ, ਫਿਰ ਜੰਮ ਫੜ ਲੈਂਦੇ। ਫਿਰ ਜਦੋਂ ਜੰਮ ਫੜਦੇ ਫਿਰ ਇਹ ਤਸ਼ੱਦਦ ਕਰਦੇ ਹੋਏ ਫਿਰ ਅੱਗੇ ਦੂਸਰੀ ਜੂਨ 'ਚ ਪਾ ਦਿੰਦੇ, ਫਿਰ ਵਾਪਸ ਘਰ ਦੇ ਵਿੱਚ ਭੇਜ ਦਿੰਦੇ। ਫਿਰ ਪਤਾ ਨਹੀਂ ਵੀ ਕਿੱਧਰ ਨੂੰ ਅਸੀਂ ਚਲੇ ਜਾਈਏ, ਕਿਹੜੇ ਆਕਾਰ ਦੇ ਵਿੱਚ ਸਾਨੂੰ ਭੇਜ ਦੇਣ। ਫਿਰ ਪਤਾ ਨਹੀਂ ਇਹ ਵਾਰੀ ਕਦੋਂ ਮਿਲੇ, ਕਿੰਨਾ ਕੁ ਸਮਾਂ ਲੰਘ ਜੇ, ਕਿਉਂਕਿ ਧਿਆਨ ਦਾ ਖੇਲ ਚੱਲਦਾ ਸਾਡਾ। ਜਿਹੜੀ ਇਹ ਕਾਇਆ ਇਹ ਧਿਆਨ ਦੁਆਰਾ ਬਦਲੀ ਜਾਂਦੀ। ਹੁਣ ਤਾਂ ਆਪਾਂ ਨੂੰ ਗਿਆਨ ਦਿੱਤਾ ਜਾ ਰਿਹਾ, ਸਤਿਗੁਰੂ ਸਮਝਾਉਂਦੇ ਨੇ ਵੀ ਹੁਣ ਤੁਸੀਂ ਧਿਆਨ ਹੈ ਜਿਹੜਾ ਨਿਰੰਕਾਰ 'ਚ ਲਾਵੋ, ਪਰਮਾਤਮਾ ਵਾਹਿਗੁਰੂ ਦੇ ਵਿੱਚ ਲਾਵੋ। ਹੋਰਾਂ ਆਕਾਰਾਂ, ਹੋਰਾਂ ਜੂਨਾਂ ਦੇ ਵਿੱਚ ਕੋਈ ਸਮਝਾਉਣ ਵਾਲਾ ਨਹੀਂ ਹੈ ਵੀ ਜਿਹੜਾ ਸਾਨੂੰ ਗਿਆਨ ਦੇਵੇ। ਨਾ ਹੀ ਤਾਂ ਸਾਨੂੰ ਇੰਨੀ ਸੋਝੀ ਹੁੰਦੀ, ਅਤੇ ਨਾ ਹੀ ਉਹਨਾਂ ਦੇ ਵਿੱਚ ਇੰਨਾ ਭੇਤ ਹੈ, ਨਾ ਹੀ ਉਹਨਾਂ ਨੂੰ ਵਾਰੀ ਹੈ। ਉਹਦਾ ਫਿਰ ਜੀਵਾਂ ਦਾ ਆਹਾਰ ਜੀ ਬਣਾਏ ਨੇ, ਜਿਵੇਂ ਇੱਕ ਦੂਸਰੇ ਨੂੰ ਜੀਵ ਖਾ ਜਾਂਦੇ। ਹੁਣ ਉਹ ਫਿਰ ਧਿਆਨ ਦੁਆਰਾ ਕਾਇਆ ਪਲਟੀ ਜਾਂਦੀ। ਜਿੱਧਰ ਨੂੰ ਅੰਤ ਸਮੇਂ ਧਿਆਨ ਹੁੰਦਾ, ਉਹ ਧਿਆਨ ਦੁਆਰਾ ਕਾਇਆ ਪਲਟ ਜਾਂਦੀ। ਜਿਹੜਾ ਆਕਾਰ ਸਾਡੇ ਮਨ 'ਚ ਵਸ ਜੇਗਾ ਅਸੀਂ ਉੱਧਰ ਨੂੰ ਚਲੇ ਜਾਵਾਂਗੇ। ਉਹ ਫਿਰ ਇਸ ਤਰ੍ਹਾਂ ਸਾਡੀ ਗਾਂਹ ਦੀ ਗਾਂਹ ਕਾਇਆ ਜਿਹੜੀ ਪਲਟਦੀ ਰਹਿੰਦੀ। ਆਪਾਂ ਉਹੀ ਰਹਿੰਦੇ ਹਾਂ, ਜੋਤ ਉਹੀ ਰਹਿੰਦੀ। ਮਨ ਕਾਇਆ ਪਲਟ ਜਾਂਦਾ, ਆਕਾਰ ਹੋਰ ਚੜ੍ਹਾ ਦਿੰਦੀ। ਮਾਰੇ ਫਰਮਾਉਂਦੇ ਜੋ ਤੂੰ ਹਾਂ ਜੁਗਤ ਸਹਿ ਕਾਇਆ ਫਿਰ ਪਲਟੀਏ। ਫਿਰ ਇਸ ਕਰਕੇ ਕਾਇਆ ਪਲਟਦੇ ਸਾਨੂੰ ਕਈ ਯੁੱਗ ਲੱਗ ਜਾਂਦੇ ਇਹ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ। ਇਸ ਲਈ ਮਹਾਰਾਜ ਕਹਿੰਦੇ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਵੀ ਇੰਨੇ ਯੁੱਗ, ਇੰਨਾ ਲੰਮਾ ਸਮਾਂ ਅਸੀਂ ਹੋਰਾਂ ਆਕਾਰਾਂ ਦੇ ਵਿੱਚ ਹੀ ਫਿਰਦੇ ਰਹਿੰਦੇ। ਉਹ ਗਾਂਹ ਦੀ ਗਾਂਹ ਧਿਆਨ ਦੁਆਰਾ ਕਾਇਆ ਪਲਟਦੀ ਰਹਿੰਦੀ। ਜਿੱਧਰ ਨੂੰ ਧਿਆਨ ਹੋ ਜਾਂਦਾ ਉੱਧਰ ਨੂੰ ਚਲੇ ਜਾਂਦੇ ਅਸੀਂ। ਹੁਣ ਇਸ ਲਈ ਆਪਾਂ ਨੂੰ ਕਹਿੰਦੇ ਵੀ ਹੁਣ ਮੌਕਾ ਸਾਡੇ, ਹੁਣ ਸਾਨੂੰ ਵਾਰੀ ਦਿੱਤੀ ਜਾਂਦੀ। ਹੋਰਾਂ ਜਦੋਂ ਅਸੀਂ ਜੂਨਾਂ 'ਚ ਹੁੰਦੇ ਹਾਂ ਉਦੋਂ ਤਾਂ ਅਸੀਂ ਖੇਲ ਨੂੰ ਹਾਰਦੇ ਹੀ, ਅਸੀਂ ਜਿੱਤ ਨਹੀਂ ਸਕਦੇ, ਕਿਉਂਕਿ ਉਦੋਂ ਸਾਨੂੰ ਗਿਆਨ ਨਹੀਂ, ਉੱਥੇ ਸੋਝੀ ਨਹੀਂ ਹੈ, ਸਾਨੂੰ ਵਾਰੀ ਨਹੀਂ ਹੈ। ਹੁਣ ਮਾਨਸ ਜਾਮੇ ਵਿੱਚ ਇਹ ਆਪਾਂ ਨੂੰ ਵਾਰੀ ਹੈ, ਸਾਨੂੰ ਹੁਣ ਮੌਕਾ ਦਿੱਤਾ ਕਿ ਵੀ ਹੁਣ ਅਸੀਂ ਇੱਥੋਂ ਨਿਕਲ ਸਕਦੇ। ਹੁਣ ਅਸੀਂ
ਮਾਲਕ ਦੇ ਨਾਲ ਮਿਲਾਪ ਕਰ ਸਕਦੇ। ਹੁਣ ਅਸੀਂ ਆਪਦੇ ਅਸਲ ਘਰ ਦੀ ਪਹਿਚਾਣ ਕਰ ਸਕਦੇ। ਹੁਣ ਅਸੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਸਕਦੇ ਹਾਂ ਅਤੇ ਉਹਦੇ ਚਰਨਾਂ ਦੇ ਵਿੱਚ ਨਿਵਾਸ ਕਰ ਸਕਦੇ। ਇਹ ਮੌਕਾ, ਇਹ ਵਾਰੀ ਸਾਨੂੰ ਓਨਾ ਸਮੇਂ ਜਿੰਨਾ ਸਮਾਂ ਸਾਡੇ ਸਵਾਸ ਚੱਲਦਾ। ਜੇ ਹੁਣ ਸਵਾਸ ਖਤਮ ਹੋ ਗਈ, ਅਸੀਂ ਪਹਿਲਾਂ ਸਿਮਰਨ ਕੀਤਾ ਨਹੀਂ, ਮਾਲਕ ਦੇ ਚਰਨਾਂ ਦੇ ਨਾਲ ਜੁੜੇ ਨਹੀਂ, ਆਪਣਾ ਜੋ ਅਸਲ ਘਰ ਸੀ ਉਹ ਘਰ ਦਾ ਭੇਤ ਨਹੀਂ ਲਿਆ, ਫਿਰ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਗਏ। ਫਿਰ ਵਾਪਸ ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਜਿਉਂਦੇ ਜੀ ਤੁਸੀਂ ਆਪਦੇ ਘਰ ਦੀ ਪਹਿਚਾਣ ਕਰ ਲਓ ਅਤੇ ਉੱਥੇ ਆਉਣ ਜਾਣ ਬਣਾ ਲਓ ਪਹਿਲਾਂ ਹੀ, ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ, ਜਿੱਥੇ ਸਾਡਾ ਲੇਖਾ ਜੋਖਾ ਹੋਣਾ। ਇਸ ਲਈ ਫਰਮਾਉਂਦੇ ਅੰਤਰ ਕੀ ਗਤ ਜਾਣੀਏ ਗੁਰ ਮਿਲਿਆ ਸ਼ੰਕ ਤਾਰ, ਮੋਇਆਂ ਜਿਤ ਘਰ ਜਾਈਏ ਤਿਤ ਜੀਵਤ ਅਮਰ ਮਾਰ। ਬਈ ਜਿੱਥੇ ਅਸੀਂ ਮਰ ਕੇ ਜਾਣਾ ਉੱਥੇ ਜਿਉਂਦੇ ਜੀ ਪਹਿਲਾਂ ਪਹੁੰਚ ਜਾਣਾ। ਜਦੋਂ ਅਸੀਂ ਉੱਥੇ ਪਹੁੰਚਾਂਗੇ ਸਹਿਜ ਦੇ ਵਿੱਚ, ਫਿਰ ਉੱਥੇ ਅਨਹਦ ਬਾਣੀ ਪ੍ਰਗਟ, ਅਸੀਂ ਅਨਹਦ ਬਾਣੀ ਨੂੰ ਸੁਣਾਂਗੇ ਅਤੇ ਉੱਥੇ ਜਾ ਕੇ ਫਿਰ ਸਾਡੇ ਅੰਦਰੋਂ ਹਉਮੈ ਦਾ ਨਾਸ ਹੁੰਦਾ। ਮਹਾਰਾਜ ਕਹਿੰਦੇ ਅਨਹਦ ਬਾਣੀ ਪਾਈਏ ਤੇ ਹਉਮੈ ਹੋਏ ਵਿਨਾਸ਼। ਵੀ ਫਿਰ ਹਉਮੈ ਦਾ ਖਾਤਮਾ ਹੋਏਗਾ। ਨਹੀਂ ਤਾਂ ਜੇ ਹੁਣ ਅਸੀਂ ਅਨਹਦ ਬਾਣੀ ਤੱਕ ਪਹੁੰਚਦੇ ਨਹੀਂ, ਨਾਮ ਤੱਕ ਪਹੁੰਚਦੇ ਨਹੀਂ, ਸਾਡੇ ਅੰਦਰ ਹਉਮੈ ਹੁੰਦੀ। ਹਉਮੈ ਕਰਕੇ ਹੀ ਅਸੀਂ ਵਾਰ ਫਿਰ ਵਾਪਸ ਜੂਨਾਂ 'ਚ ਆ ਜਾਂਦੇ। ਹਉਮੈ ਇਹੀ ਬੰਧਨ, ਫਿਰ ਜੂਨੀ ਪਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਹੀ ਵਾਰ ਅਸੀਂ ਜੂਨਾਂ 'ਚ ਆਉਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਹਉਮੈ ਦਾ ਨਾਸ ਕਿਵੇਂ ਹੋਵੇ, ਕਿੱਥੇ ਜਾ ਕੇ ਹਉਮੈ ਖਤਮ ਹੁੰਦੀ। ਜੇ ਹੁਣ ਅਸੀਂ ਹੁਕਮ ਨੂੰ ਬੁੱਝ ਲਾਂਗੇ, ਹੁਕਮ ਦੇ ਵਿੱਚ ਆ ਜਾਵਾਂਗੇ ਅਤੇ ਸਾਡੇ ਅੰਦਰ ਹਉਮੈ ਖਤਮ ਹੋ ਜਾਏਗੀ। ਫਰਮਾਉਂਦੇ ਨਾਨਕ ਹੁਕਮੇ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਈ। ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ, ਨਾਮ ਨੂੰ, ਜੇ ਅਸੀਂ ਚੌਥੇ ਪਦ ਨੂੰ ਬੁੱਝ ਲਾਂਗੇ, ਫਿਰ ਸਾਡੇ ਅੰਦਰੋਂ ਹਉਮੈ ਖਤਮ ਹੋ ਜਾਂਦੀ। ਇਸ ਲਈ ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਬਈ ਜਦੋਂ ਅਸੀਂ ਚੌਥੇ 'ਚ ਚਿੱਤ ਲਾ ਲਾਂਗੇ, ਬ੍ਰਹਮ 'ਚ ਚਿੱਤ ਲਾ ਲਾਂਗੇ, ਸਾਡੇ ਅੰਦਰੋਂ ਹਉਮੈ ਖਤਮ ਹੋ ਜਾਏਗੀ। ਫਿਰ ਅਸੀਂ ਮਨ ਦੁਖੀ, ਸਾਡਾ ਮਨ ਸ਼ਾਂਤ ਹੈ, ਫਿਰ ਅਸੀਂ ਕਿਸੇ ਨੂੰ ਸੁੱਖ ਦੇ ਨਹੀਂ ਸਕਦੇ। ਇਸੇ ਤਰ੍ਹਾਂ ਹੀ ਜੇ ਤਾਂ ਅਸੀਂ ਅੰਦਰੋਂ ਸੁਖੀ ਹਾਂ, ਸਾਡੇ ਘਰ ਦੇ ਵਿੱਚ ਸੁੱਖ ਹੈ, ਫਿਰ ਤਾਂ ਅਸੀਂ ਦੂਸਰੇ ਨੂੰ ਵੀ ਸੁੱਖ ਦੇ ਸਕਦੇ। ਜੇ ਹੁਣ ਸਾਡੇ ਅੰਦਰ ਹੀ ਦੁੱਖ ਹੈ, ਸਾਡੇ ਅੰਦਰ ਹੀ ਕਲਾ ਕਲੇਸ਼ ਵੈਰ ਵਿਰੋਧ ਹੈ, ਫਿਰ ਅਸੀਂ ਕਿਸੇ ਨੂੰ ਕਿਵੇਂ ਸੁੱਖ ਦੇਵਾਂਗੇ? ਕਿਉਂਕਿ ਅਸੀਂ ਤਾਂ ਆਪ ਦੁਖੀ ਹਾਂ, ਸਾਡੇ ਤਾਂ ਘਰ ਦੇ ਵਿੱਚ ਆਪ ਦੁੱਖ। ਜੋ ਘਰ ਦੇ ਵਿੱਚ ਸਾਡੇ ਹੈਗਾ ਫਿਰ ਉਹੀਓ ਅੱਗੇ ਦੇਵਾਂਗੇ। ਜੇ ਦੁੱਖ ਹੈ ਤਾਂ ਦੁੱਖ ਹੀ ਦੇਵਾਂਗੇ ਅੱਗੇ। ਜੇ ਅਸੀਂ ਸੁਖੀ ਹਾਂ ਤਾਂ ਫਿਰ ਅਸੀਂ ਸੁੱਖ ਦੇ ਸਕਦੇ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਸੁਖੀ ਹੋਣਾ ਫਿਰ ਸਿਮਰਨ ਕਰੋ, ਸਿਮਰੋ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਟਾਵ। ਵੀ ਇਹ ਜੋ ਸਾਡੇ ਅੰਦਰ ਕਾਲਾ ਕਲੇਸ਼ ਮਿਟਣਾ ਸਿਮਰਨ ਕਰਕੇ, ਅਤੇ ਅਸੀਂ ਸੁਖੀ ਹੋਣਾ ਸਿਮਰਨ ਕਰਕੇ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਕਹਿ ਰਹੇ ਸਿਮਰਨ ਕਰਨ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਸ ਸਿਮਰਨ ਕਰਦੇ ਇਹਦੇ ਨਾਲ ਸਾਡੇ ਅੰਦਰੋਂ ਹਉਮੈ ਹੰਕਾਰ ਖਤਮ ਹੁੰਦਾ। ਔਰ ਇਹੋ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਬਈ ਜਿਨ੍ਹਾਂ ਦੇ ਅੰਦਰ ਹਉਮੈ ਹੰਕਾਰ ਹੈ ਫਿਰ ਉਹਨਾਂ ਦੇ ਅੰਦਰ ਜੋ ਗੁਰਬਾਣੀ ਗੁਰੂ ਸਾਨੂੰ ਭੇਜਦੇ ਰਹੇ ਨਾਮ ਦਾ ਸੱਚ ਦਾ ਉਹਨਾਂ ਦੇ ਅੰਦਰ ਫਿਰ ਇਹ ਨਾਮ ਦੀ ਸੱਚ ਦੀ ਖੁਸ਼ਬੂ ਨਹੀਂ ਪੈਦਾ ਹੁੰਦੀ ਜਿਨ੍ਹਾਂ ਦੇ ਅੰਦਰ ਹਉਮੈ ਹੰਕਾਰ। ਤਾਂਹੀਓ ਫਿਰ ਸਾਨੂੰ ਇਹ ਮਿਸਾਲ ਦਿੱਤੀ ਬਾਬਾ ਕਬੀਰ ਜੀ ਨੇ ਬਈ ਚੰਦਨ ਦੇ ਨੇੜੇ ਵੱਸਦਾ ਬਾਂਸ ਉਹਦੇ ਅੰਦਰ ਹਉਮੈ ਹੈ ਹੰਕਾਰ ਹੈ ਤਾਂ ਕਰਕੇ ਉਹਦੇ ਅੰਦਰ ਉਹ ਸੁਗੰਧੀ ਜਿਹੜੀ ਉਹ ਪੈਦਾ ਨਹੀਂ ਹੁੰਦੀ। ਤੇ ਆਪਾਂ ਨੂੰ ਕਹਿੰਦੇ ਵੀ ਉਹਦੇ ਵਾਂਗੂ ਨਾ ਹੋ ਬਈ ਹੰਕਾਰ ਨਾ ਕਰੋ ਹਉਮੈ ਨਾ ਕਰੋ। ਇਸ ਲਈ ਫਿਰ ਸਾਨੂੰ ਉਹਦੀ ਮਿਸਾਲ ਦਿੱਤੀ ਕਬੀਰ ਬਾਂਸ ਵਡਾਈ ਬੂਢਿਆ ਇਉ ਮਤ ਡੁੱਬੋ ਕੋਈ ਚੰਦਨ ਕੀ ਨਿਕਟ ਵਸੇ ਬਾਂਸ ਸੁਗੰਧ ਨਾ ਹੋਈ। ਬਈ ਚਾਹੇ ਉਹ ਚੰਦਨ ਦੇ ਨੇੜੇ ਵੱਸਦਾ ਪਰ ਉਹਦੇ 'ਚ ਸੁਗੰਧੀ ਨਹੀਂ ਕਿਉਂਕਿ ਉਹਦੇ ਅੰਦਰ ਹੰਕਾਰ
ਹਉਮੈ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਇਹ ਹਉਮੈ ਹੰਕਾਰ ਨਾ ਛੱਡੇ ਫਿਰ ਸਾਡੇ ਵਿੱਚ ਖੁਸ਼ਬੂ ਨਹੀਂ ਪੈਦਾ ਹੋਏਗੀ ਨਾਮ ਦੀ, ਸਾਨੂੰ ਨਹੀਂ ਭੇਦ ਆਏਗਾ, ਸੋਝੀ ਆਏਗੀ। ਫਿਰ ਉਹ ਜਿਵੇਂ ਬਾਂਸ ਖੁਸ਼ਬੂ ਤਾਂ ਉਹਦੇ 'ਚ ਨਹੀਂ ਪੈਦਾ ਹੁੰਦੀ, ਪਰ ਜਦੋਂ ਫਿਰ ਉਹ ਅੱਗ ਲੱਗਦੀ ਫਿਰ ਉਹ ਤੋਂ ਹੀ ਲੱਗਦੀ, ਉਹ ਆਪ ਵੀ ਸੜਦਾ ਅਤੇ ਫਿਰ ਉਹ ਨਾਲ ਦੂਸਰਿਆਂ ਨੂੰ ਵੀ ਸੜਦਾ। ਹੁਣ ਇਹੋ ਅਵਸਥਾ ਫਿਰ ਮਨਮੁਖ ਦੀ, ਜਿਹਦੇ ਅੰਦਰ ਹਉਮੈ ਹੰਕਾਰ ਉਹ ਖੁਦ ਤਾਂ ਸੜਦਾ ਹੀ ਹੈ, ਜਲਦਾ ਹੀ ਹੈ, ਨਾਲ ਫਿਰ ਉਹ ਦੂਸਰਿਆਂ ਨੂੰ ਵੀ ਸੜਦਾ, ਫਿਰ ਉਹ ਸਾਰੇ ਪਰਿਵਾਰ ਦੇ ਵਿੱਚ ਦੁੱਖ ਪੈਦਾ ਕਰ ਦਿੰਦਾ। ਇਸ ਲਈ ਮਹਾਰਾਜ ਸਾਨੂੰ ਕਹਿੰਦੇ ਵੀ ਜੇ ਅਸੀਂ ਉਹਦੇ ਵਾਂਗੂ ਹਉਮੈ ਹੰਕਾਰ ਕਰਾਂਗੇ ਫਿਰ ਖੁਦ ਵੀ ਜਲਾਂਗੇ ਅਤੇ ਨਾਲ ਹੋਰਾਂ ਨੂੰ ਵੀ ਜਲਾਂਗੇ, ਹੋਰਾਂ ਨੂੰ ਵੀ ਦੁਖੀ ਕਰਾਂਗੇ। ਜੇ ਹੁਣ ਅਸੀਂ ਹਉਮੈ ਹੰਕਾਰ ਨੂੰ ਛੱਡ ਦਾਂਗੇ ਤਾਂ ਸਾਡੇ ਵਿੱਚ ਉਹ ਸੁਗੰਧੀ ਪੈਦਾ ਹੋ ਜਾਏਗੀ, ਫਿਰ ਅਸੀਂ ਆਪ ਵੀ ਸੁਖੀ ਹੋਵਾਂਗੇ ਅਤੇ ਨਾਲ ਅੱਗੇ ਹੋਰ ਵੀ ਕਿਸੇ ਨੂੰ ਸੁੱਖ ਦੇ ਸਕਦੇ। ਇਸ ਵਾਸਤੇ ਗੁਰਮੁਖੋ ਹੁਣ ਅਸੀਂ ਸੁਖੀ ਹੋਣਾ, ਅਤੇ ਸੁਖੀ ਹੋਣ ਵਾਸਤੇ ਅਸੀਂ ਹੁਣੇ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਵਿਚਾਰਨਾ, ਖੋਜਣਾ ਸਹਿਜ ਦੇ ਵਿੱਚ, ਅਤੇ ਵੱਧ ਤੋਂ ਵੱਧ ਹੀ ਆਪਾਂ ਸਤ ਸੰਗਤ ਕਰਨੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ, ਵਿਸਰੇ ਨਾ, ਅਤੇ ਆਪਾਂ ਇਹ ਗਿਆਨ ਨੂੰ ਕਮਾ ਕੇ ਆਪਦੇ ਘਰ ਚਲੇ ਜਾਈਏ ਸਹਿਜ ਦੇ ਵਿੱਚ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।